ਨੈਪੋਲੀਅਨ ਹਿੱਲ ਇੱਕ ਜਰਨਲਿਸਟ ਅਤੇ ਰਾਈਟਰ ਸਨ ਜਿਨ੍ਹਾਂ ਨੂੰ ਫੋਰਚੂਨੇਟਲੀ ਚਾਂਸ ਮਿਲ ਗਿਆ ਉਸ ਵਕਤ ਦੇ ਸਭ ਤੋਂ ਅਮੀਰ ਇਨਸਾਨ ਐਂਡਰਿਊ ਕਾਰਨੇਜ ਦੀ ਇੰਟਰਵਿਊ ਲੈਣ ਦਾ। ਐਂਡਰਿਊ ਨੇ ਇੰਟਰਵਿਊ ਦੇ ਦੌਰਾਨ ਆਥਰ ਨੂੰ ਆਫਰ ਦਿੱਤਾ ਕਿ ਉਹ ਉਹਨਾਂ ਦੀ ਮੁਲਾਕਾਤ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਨਾਲ ਕਰਾ ਸਕਦਾ ਹੈ ਤਾਂ ਜੋ ਆਥਰ ਉਹਨਾਂ ਦੇ ਵਿਚਾਰਾਂ ਨੂੰ ਪ੍ਰਕਾਸ਼ਿਤ ਕਰ ਸਕੇ। ਨੈਪੋਲੀਅਨ ਨੇ ਇਹ ਆਫਰ ਐਕਸੈਪਟ ਕਰ ਲਿਆ। ਉਹਨਾਂ ਨੇ 20 ਸਾਲਾਂ ਤੱਕ ਉਸ ਵਕਤ ਦੇ ਸਭ ਤੋਂ ਅਮੀਰ ਇਨਸਾਨਾਂ ਉੱਪਰ ਰਿਸਰਚ ਕੀਤੀ, ਉਹਨਾਂ ਦੀਆਂ ਇੰਟਰਵਿਊਜ਼ ਲਈਆਂ ਅਤੇ ਉਹਨਾਂ ਦੀ ਸਕਸੈਸ ਦੇ ਸੀਕ੍ਰੇਟਸ ਨੂੰ ਇੱਕ ਕਿਤਾਬ ਦੇ ਅੰਦਰ ਪਰੋਇਆ ਜਿਸ ਦਾ ਨਾਮ ਸੀ ਥਿੰਕ ਐਂਡ ਗਰੋ ਰਿਚ, ਯਾਨੀ ਸੋਚੋ ਅਤੇ ਅਮੀਰ ਬਣੋ। ਇਹ ਇੱਕ ਕਮਾਲ ਦੀ ਕਿਤਾਬ ਹੈ ਜੋ ਆਲ ਟਾਈਮ ਬੈਸਟ ਸੈਲਿੰਗ ਬੁੱਕ ਹੈ। ਇਸ ਨੂੰ 1937 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਅੱਜ ਵੀ ਉਨੀ ਹੀ ਇੰਪੋਰਟੈਂਟ ਹੈ ਜਿੰਨੀ ਅੱਜ ਤੋਂ ਕਈ ਦਹਾਕੇ ਪਹਿਲੇ ਸੀ। ਥਿੰਕ ਐਂਡ ਗਰੋ ਰਿਚ ਇੱਕ ਮਾਈਂਡ ਦੀ ਸਟੇਟ ਹੈ। ਅਸਲ ਵਿੱਚ ਇਹ ਬੁੱਕ ਸੋਚ ਦੀ ਪਾਵਰ ਨੂੰ ਦਰਸਾਉਂਦੀ ਹੈ। ਬੁੱਕ ਦੀ ਸ਼ੁਰੂਆਤ ਹੁੰਦੀ ਹੈ ਇੱਕ ਵਿਚਾਰ ਤੋਂ। ਜੇਕਰ ਵਿਚਾਰ ਦਮਦਾਰ ਹਨ ਤਾਂ ਆਦਮੀ ਕੁਝ ਵੀ ਕਰ ਸਕਦਾ ਹੈ। ਇਨਸਾਨ ਦਾ ਦਿਮਾਗ ਜੋ ਸੋਚ ਸਕਦਾ ਹੈ ਉਹ ਕਰ ਵੀ ਸਕਦਾ ਹੈ। ਮਾਈਂਡ ਦੀ ਕੋਈ ਸੀਮਾ ਨਹੀਂ ਹੁੰਦੀ ਸਿਵਾਏ ਉਹਨਾਂ ਸੀਮਾਵਾਂ ਦੇ ਜਿਨ੍ਹਾਂ ਨੂੰ ਅਸੀਂ ਖੁਦ ਮੰਨ ਲੈਂਦੇ ਹਾਂ। ਆਥਰ ਕਹਿੰਦੇ ਹਨ ਕਿ ਸਫਲਤਾ ਦੀ ਪੌੜੀ ਦੇ ਉੱਪਰਲੇ ਹਿੱਸੇ ਤੇ ਅਕਸਰ ਭੀੜ ਨਹੀਂ ਹੁੰਦੀ। ਅੱਜ ਅਸੀਂ ਇਸ ਬੁੱਕ ਦੇ 13 ਚੈਪਟਰਸ ਨੂੰ ਸਮਰਾਈਜ਼ ਕਰਕੇ 6 ਚੈਪਟਰਸ ਵਿੱਚ ਡਿਸਕਸ ਕਰਾਂਗੇ ਤਾਂ ਜੋ ਇਸ ਨੂੰ ਸਮਝਣ ਵਿੱਚ ਆਸਾਨੀ ਹੋ ਸਕੇ। ਚੈਪਟਰ ਨੰਬਰ 1 ਦ ਬਰਨਿੰਗ ਡਿਜ਼ਾਇਰ। ਜੇਕਰ ਕਿਸੇ ਵੀ ਇਨਸਾਨ ਤੋਂ ਇਹ ਪੁੱਛਿਆ ਜਾਏ ਕਿ ਕੀ ਉਸ ਦੀ ਅਮੀਰ ਬਣਨ ਦੀ ਇੱਛਾ ਹੈ ਤਾਂ ਆਨਸਰ ਲਗਭਗ ਹਾਂ 'ਚ ਹੀ ਮਿਲੇਗਾ। ਪਰ ਕੀ ਹਰ ਇੱਛਾ ਰੱਖਣ ਵਾਲਾ ਇਨਸਾਨ ਅਮੀਰ ਬਣ ਸਕਦਾ ਹੈ? ਜੀ ਨਹੀਂ। ਅਮੀਰ ਸਿਰਫ ਉਹ ਹੀ ਬਣਦਾ ਹੈ ਜੋ ਇੱਛਾ ਦੀ ਬਜਾਏ ਅਮੀਰ ਬਣਨ ਦਾ ਇਰਾਦਾ ਰੱਖਦਾ ਹੈ। ਕਿਸੇ ਵੀ ਗੋਲ ਨੂੰ ਅਚੀਵ ਕਰਨ ਲਈ ਬਰਨਿੰਗ ਡਿਜ਼ਾਇਰ ਹੋਣਾ ਬਹੁਤ ਜ਼ਰੂਰੀ ਹੈ। ਇੱਕ ਇੱਛਾ ਰੱਖਣ ਵਾਲਾ ਇਨਸਾਨ BMW ਕਾਰ ਨੂੰ ਵੇਖ ਕੇ ਇਹ ਸੋਚੇਗਾ ਕਿ ਕਾਸ਼ ਮੈਂ ਇਸ ਨੂੰ ਖਰੀਦ ਸਕਦਾ, ਪਰ ਇਸ ਦੇ ਉਲਟ ਇੱਕ ਡਿਜ਼ਾਇਰ ਰੱਖਣ ਵਾਲਾ ਇਨਸਾਨ ਇਹ ਸੋਚੇਗਾ ਕਿ ਮੈਂ ਇਸ ਕਾਰ ਨੂੰ ਖਰੀਦ ਕੇ ਰਹਾਂਗਾ ਫਿਰ ਚਾਹੇ ਜੋ ਹੋ ਜਾਏ। ਇੱਕ ਵਿਅਕਤੀ ਜਿਸ ਦਾ ਨਾਮ ਐਡਵਿਨ ਵਾਰਸਨ ਸੀ, ਉਹ ਸਰ ਥਾਮਸ ਐਡੀਸਨ ਦਾ ਬਿਜ਼ਨਸ ਪਾਰਟਨਰ ਬਣਨਾ ਚਾਹੁੰਦਾ ਸੀ। ਉਹ ਨਾ ਤਾਂ ਜ਼ਿਆਦਾ ਪੜ੍ਹਿਆ ਲਿਖਿਆ ਸੀ, ਨਾ ਹੀ ਉਸ ਦੀ ਸਰ ਥਾਮਸ ਐਡੀਸਨ ਨਾਲ ਕੋਈ ਜਾਣ ਪਹਿਚਾਣ ਸੀ ਅਤੇ ਨਾ ਹੀ ਉਸ ਕੋਲ ਨਿਊ ਜਰਸੀ ਜਾਣ ਲਈ ਪੈਸੇ ਸਨ ਜਿੱਥੇ ਸਰ ਥਾਮਸ ਐਡੀਸਨ ਰਹਿੰਦੇ ਸਨ। ਪਰ ਉਸ ਦਾ ਇਹੀ ਡਿਜ਼ਾਇਰ ਸੀ ਕਿ ਉਹ ਸਰ ਥਾਮਸ ਐਡੀਸਨ ਦਾ ਬਿਜ਼ਨਸ ਪਾਰਟਨਰ ਬਣੇਗਾ। ਉਹ ਜਿਉਂ-ਤਿਉਂ ਕਰਕੇ ਸਰ ਥਾਮਸ ਐਡੀਸਨ ਦੇ ਆਫਿਸ ਵਿੱਚ ਪਹੁੰਚਾ ਅਤੇ ਡਾਇਰੈਕਟ ਕਿਹਾ ਕਿ ਉਹ ਉਹਨਾਂ ਦਾ ਬਿਜ਼ਨਸ ਪਾਰਟਨਰ ਬਣਨਾ ਚਾਹੁੰਦਾ ਹੈ। ਸਰ ਐਡੀਸਨ ਉਸ ਵੱਲ ਵੇਖ ਕੇ ਮੁਸਕਰਾਏ ਅਤੇ ਉਸ ਨੂੰ ਆਫਿਸ ਵਿੱਚ ਇੱਕ ਛੋਟੀ-ਮੋਟੀ ਨੌਕਰੀ ਤੇ ਰੱਖ ਲਿਆ। ਉਹ ਕਈ ਸਾਲਾਂ ਤੱਕ ਨੌਕਰੀ ਕਰਦਾ ਰਿਹਾ ਪਰ ਉਸਨੇ ਆਪਣੇ ਡਿਜ਼ਾਇਰ ਨੂੰ ਕਦੇ ਮਰਨ ਨਹੀਂ ਦਿੱਤਾ। ਇੱਕ ਵਾਰ ਸਰ ਥਾਮਸ ਐਡੀਸਨ ਨੇ ਡਿਕਟੇਟਿੰਗ ਮਸ਼ੀਨ ਬਣਾਈ ਅਤੇ ਆਪਣੇ ਸੇਲਸਮੈਨ ਨੂੰ ਇਹ ਮਸ਼ੀਨ ਸੈੱਲ ਕਰਨ ਲਈ ਕਿਹਾ। ਸੇਲਸਮੈਨ ਇਹ ਕਹਿ ਕੇ ਸੈੱਲ ਕਰਨ ਤੋਂ ਮਨਾ ਕਰ ਦਿੱਤਾ ਕਿ ਇਸ ਮਸ਼ੀਨ ਨੂੰ ਕੋਈ ਨਹੀਂ ਖਰੀਦੇਗਾ। ਇਹ ਬਾਰਸਨ ਲਈ ਇੱਕ ਗੋਲਡਨ ਓਪਰਚੁਨਿਟੀ ਸੀ। ਬਾਰਸਨ ਨੇ ਕਿਹਾ ਕਿ ਉਹ ਇਸ ਮਸ਼ੀਨ ਨੂੰ ਸੈੱਲ ਕਰ ਸਕਦਾ ਹੈ। ਬਾਰਸਨ ਨੇ ਮਸ਼ੀਨ ਦੀ ਸੇਲ ਇੰਨੀ ਜ਼ਿਆਦਾ ਵਧਾ ਦਿੱਤੀ ਕਿ ਸਰ ਥਾਮਸ ਐਡੀਸਨ ਨੇ ਉਸ ਨੂੰ ਸਾਰੀ ਕੰਟਰੀ 'ਚ ਸੈੱਲ ਕਰਨ ਦਾ ਕੰਟਰੈਕਟ ਦੇ ਦਿੱਤਾ। ਇਸ ਤਰ੍ਹਾਂ ਉਹ ਸਰ ਥਾਮਸ ਐਡੀਸਨ ਦਾ ਬਿਜ਼ਨਸ ਪਾਰਟਨਰ ਬਣ ਗਿਆ। ਕਿਸੇ ਵੀ ਗੋਲ ਨੂੰ ਪ੍ਰਾਪਤ ਕਰਨ ਲਈ ਡਿਜ਼ਾਇਰ ਕਰੋ ਅਤੇ ਉਸ ਉੱਪਰ ਤਦ ਤੱਕ ਡਟੇ ਰਹੋ ਜਦੋਂ ਤੱਕ ਉਸ ਨੂੰ ਪੂਰਾ ਨਹੀਂ ਕਰ ਲੈਂਦੇ। ਸੱਚ ਤਾਂ ਇਹ ਹੈ ਕਿ ਜਿੰਨਾ ਸਟਰੋਂਗ ਤੁਸੀਂ ਡਿਜ਼ਾਇਰ ਕਰਦੇ ਹੋ ਕਿਸੇ ਚੀਜ਼ ਦਾ, ਉਨੇ ਹੀ ਜ਼ਿਆਦਾ ਚਾਂਸਸ ਵੱਧ ਜਾਂਦੇ ਹਨ ਗੋਲ ਦੇ ਅਚੀਵ ਹੋਣ ਦੇ। ਆਥਰ ਕਹਿੰਦੇ ਹਨ ਕਿ ਤੁਸੀਂ ਆਪਣੇ ਪੈਸੇ ਦੇ ਡ੍ਰੀਮਸ ਨੂੰ ਵੀ ਪੂਰਾ ਕਰ ਸਕਦੇ ਹੋ। ਬਸ ਇਸ ਲਈ ਤੁਹਾਨੂੰ 6 ਸਿੰਪਲ ਸਟੈਪਸ ਫੋਲੋ ਕਰਨੇ ਹੋਣਗੇ ਜੋ ਹਨ। ਨੰਬਰ 1 ਫਿਕਸ ਦਾ ਅਮਾਊਂਟ ਯੂ ਵਾਂਟ। ਸਭ ਤੋਂ ਪਹਿਲਾਂ ਤੁਹਾਨੂੰ ਇਹ ਡਿਸਾਈਡ ਕਰਨਾ ਪਏਗਾ ਕਿ ਤੁਹਾਨੂੰ ਕਿੰਨੇ ਪੈਸੇ ਦੀ ਜ਼ਰੂਰਤ ਹੈ। ਅਜਿਹਾ ਨਹੀਂ ਹੈ ਕਿ ਤੁਸੀਂ ਅੰਦਾਜ਼ੇ ਨਾਲ ਹੀ ਕਹਿ ਦਿਓ ਕਿ ਮੈਂ ਇੰਨੇ ਪੈਸੇ ਕਮਾਉਣਾ ਚਾਹੁੰਦਾ ਹਾਂ। ਅਜਿਹਾ ਕਰਨਾ ਇੱਕ ਬਿਨਾਂ ਨੈਵੀਗੇਸ਼ਨ ਤੋਂ ਸਮੁੰਦਰ ਵਿੱਚ ਚੱਲ ਰਹੇ ਸ਼ਿਪ ਦੇ ਬਰਾਬਰ ਹੁੰਦਾ ਹੈ ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ ਹੁੰਦਾ ਅਤੇ ਵਿਚਕਾਰ ਹੀ ਭਟਕਦਾ ਰਹਿੰਦਾ ਹੈ ਅਤੇ ਅੰਤ ਵਿੱਚ ਜਿਸ ਦੇ ਡੁੱਬਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਆਪਣੀ ਲਾਈਫ 'ਚ ਇੱਕ ਅਮਾਊਂਟ ਫਿਕਸ ਕਰੋ। ਸਟੈਪ ਨੰਬਰ 2 ਵਾਟ ਯੂ ਵਿਲ ਗਿਵ ਇਨ ਰਿਟਰਨ। ਹੁਣ ਤੁਸੀਂ ਇਹ ਡਿਸਾਈਡ ਕਰਨਾ ਹੈ ਕਿ ਤੁਸੀਂ ਇਸ ਅਮਾਊਂਟ ਨੂੰ ਪ੍ਰਾਪਤ ਕਰਨ ਦੇ ਬਦਲੇ ਕੀ ਸਰਵਿਸ ਦਿਓਗੇ। ਮੀਨਸ ਤੁਸੀਂ ਕੀ ਕੰਮ ਕਰਕੇ ਉਸ ਅਮਾਊਂਟ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ। ਇਹ ਕੁਝ ਵੀ ਹੋ ਸਕਦਾ ਹੈ ਜਿਵੇਂ ਆਨਲਾਈਨ ਮਾਰਕੀਟਿੰਗ, ਸੈਲਿੰਗ ਆਦਿ ਜਾਂ ਫਿਰ ਕੋਈ ਬਿਜ਼ਨਸ। ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਕਿ ਤੁਹਾਡਾ ਇੰਟਰਸਟ ਕਿਸ ਕੰਮ ਵਿੱਚ ਹੈ। ਇਸ ਵਿੱਚ ਇਹ ਵੀ ਡਿਸਾਈਡ ਕਰਨਾ ਪਏਗਾ ਕਿ ਮੈਂ ਦਿਨ ਵਿੱਚ ਕਿੰਨੇ ਘੰਟੇ ਕੰਮ ਕਰਾਂਗਾ ਅਤੇ ਕਿੰਨੀ ਨੀਂਦ ਸੈਕਰੀਫਾਈ ਕਰਾਂਗਾ, ਕਿਉਂਕਿ ਇਹ ਦੁਨੀਆ ਦਾ ਅਸੂਲ ਹੈ। ਕੋਈ ਵੀ ਚੀਜ਼ ਪ੍ਰਾਪਤ ਕਰਨ ਲਈ ਕੁਝ ਦੇਣਾ ਪੈਂਦਾ ਹੈ। ਸਟੈਪ ਨੰਬਰ 3 ਸੈਟ ਏ ਡੈਡਲਾਈਨ। ਇਸ ਲਈ ਇੱਕ ਡੇਟ ਫਿਕਸ ਕਰ ਲਓ ਕਿ ਮੈਂ ਇਸ ਸਾਲ ਦੀ ਇੰਨੀ ਡੇਟ ਤੱਕ ਆਪਣਾ ਗੋਲ ਅਚੀਵ ਕਰਕੇ ਰਹਾਂਗਾ ਫਿਰ ਚਾਹੇ ਜੋ ਹੋ ਜਾਏ, ਅਤੇ ਉਸ ਉੱਪਰ ਆਪਣੀ ਪੂਰੀ એનર્ਜੀ ਲਗਾ ਕੇ ਕੰਮ ਕਰਨਾ ਸ਼ੁਰੂ ਕਰ ਦਿਓ। ਸਟੈਪ ਨੰਬਰ 4 ਮੇਕ ਏ ਪਲਾਨ। ਆਪਣੇ ਗੋਲ ਨੂੰ ਅਚੀਵ ਕਰਨ ਲਈ ਇੱਕ ਪਲਾਨ ਬਣਾਓ ਅਤੇ ਉਸ ਉੱਪਰ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿਓ। ਇਹ ਨਾ ਵੇਟ ਕਰੋ ਕਿ ਮੈਂ ਪਰਫੈਕਟ ਪਲਾਨ ਬਣਾ ਕੇ ਕੰਮ ਕਰਨਾ ਸ਼ੁਰੂ ਕਰਾਂਗਾ। ਪਲਾਨ ਬਾਅਦ ਵਿੱਚ ਚੇਂਜ ਵੀ ਕੀਤਾ ਜਾ ਸਕਦਾ ਹੈ। ਸੱਚ ਤਾਂ ਇਹ ਹੈ ਕਿ ਦੁਨੀਆ ਵਿੱਚ ਕੋਈ ਵੀ ਪਲਾਨ ਪਰਫੈਕਟ ਨਹੀਂ ਹੁੰਦਾ, ਇਸ ਲਈ ਤੁਰੰਤ ਐਕਸ਼ਨ ਕਰਨਾ ਚਾਹੀਦਾ ਹੈ। ਸਟੈਪ ਨੰਬਰ 5 ਰਾਈਟ ਔਨ ਏ ਪੇਪਰ। ਪਹਿਲਾਂ ਦੱਸੇ ਗਏ 4 ਸਟੈਪਸ ਨੂੰ ਕਿਸੇ ਪੇਪਰ ਉੱਪਰ ਲਿਖ ਲਓ।
ਇਹ ਬਹੁਤ ਇੰਪੋਰਟੈਂਟ ਹੈ। ਸਟੈਪ ਨੰਬਰ 6, ਰੀਡ ਇਟ ਡੇਲੀ। ਹੁਣ ਜੋ ਵੀ ਤੁਸੀਂ ਪੇਪਰ ਉੱਪਰ ਲਿਖਿਆ ਹੈ ਉਸ ਨੂੰ ਦਿਨ ਵਿੱਚ 2 ਵਾਰ ਬੋਲ ਕੇ ਪੜ੍ਹੋ। ਫਾਰ ਐਗਜ਼ਾਮਪਲ, 1 ਜਨਵਰੀ 2030 ਤੱਕ ਮੇਰੇ ਕੋਲ 1 ਕਰੋੜ ਰੁਪਏ ਹੋਣਗੇ ਅਤੇ ਉਸ ਨੂੰ ਕਮਾਉਣ ਲਈ ਮੈਂ ਆਨਲਾਈਨ ਸੈਲਿੰਗ ਕਰਾਂਗਾ। ਜਾਂ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਸ ਨੂੰ ਲਿਖ ਸਕਦੇ ਹੋ। ਇਸ ਨੂੰ ਪੂਰੇ ਇਮੋਸ਼ਨ ਨਾਲ ਪੜ੍ਹਨਾ ਹੈ ਅਤੇ ਆਪਣੇ ਮਨ ਅੰਦਰ ਅਮਾਉਂਟ ਨੂੰ ਵਿਜ਼ੂਅਲਾਈਜ਼ ਕਰਨਾ ਹੈ ਕਿ ਉਨਾ ਪੈਸਾ ਤੁਹਾਡੇ ਕੋਲ ਉਸ ਟਾਈਮ ਹੈ। ਅਜਿਹਾ ਕਰਨਾ ਕੁਝ ਦਿਨ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ, ਪਰ ਫਿਰ ਆਪਣੇ ਆਪ ਰੂਟੀਨ ਬਣ ਜਾਏਗੀ। ਅਜਿਹਾ ਕਰਨਾ ਕਿਉਂ ਜ਼ਰੂਰੀ ਹੈ, ਇਸ ਨੂੰ ਅਸੀਂ ਅਗਲੇ ਚੈਪਟਰ ਵਿੱਚ ਸਮਝਦੇ ਹਾਂ। ਚੈਪਟਰ ਨੰਬਰ 2, ਸਟੇਟ ਆਫ ਮਾਈਂਡ। ਮਨੁੱਖ ਦਾ ਮਾਈਂਡ 2 ਹਿੱਸਿਆਂ ਵਿੱਚ ਵੰਡਾ ਹੁੰਦਾ ਹੈ, ਕੌਨਸ਼ੀਅਸ ਮਾਈਂਡ ਅਤੇ ਅਨਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਮਾਸਟਰ ਹੈ ਅਤੇ ਅਨਕੌਨਸ਼ੀਅਸ ਮਾਈਂਡ ਨੌਕਰ। ਉਹ ਉਹੀ ਕੰਮ ਕਰਦਾ ਹੈ ਜੋ ਉਸ ਨੂੰ ਮਾਸਟਰ ਕਰਨ ਲਈ ਕਹਿੰਦਾ ਹੈ। ਇਹ ਬਲੀਫ ਸਿਸਟਮ ਉੱਪਰ ਕੰਮ ਕਰਦਾ ਹੈ। ਮਨੁੱਖ ਜੋ ਵੀ ਸਾਰਾ ਦਿਨ ਆਪਣੇ ਮਾਈਂਡ 'ਚ ਵਿਚਾਰ ਕਰਦਾ ਹੈ, ਉਹ ਚਾਹੇ ਪੋਜ਼ਿਟਿਵ ਹੋਣ ਜਾਂ ਨੈਗੇਟਿਵ, ਹੌਲੀ ਹੌਲੀ ਅਨਕੌਨਸ਼ੀਅਸ ਮਾਈਂਡ ਵਿੱਚ ਚਲੇ ਜਾਂਦੇ ਹਨ ਅਤੇ ਅਨਕੌਨਸ਼ੀਅਸ ਮਾਈਂਡ ਉਸ ਨੂੰ ਪੂਰਾ ਕਰਨ ਦੇ ਤਰੀਕੇ ਲੱਭਦਾ ਹੈ। ਇਸ ਲਈ ਆਪਣੇ ਪਲਾਨ ਨੂੰ ਦਿਨ ਵਿੱਚ ਘੱਟੋ ਘੱਟ 2 ਵਾਰ ਪੜ੍ਹਨਾ ਜ਼ਰੂਰੀ ਹੈ ਤਾਂ ਜੋ ਅਨਕੌਨਸ਼ੀਅਸ ਮਾਈਂਡ ਵਿੱਚ ਸੇਵ ਹੋ ਸਕੇ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਅਲੱਗ-ਅਲੱਗ ਤਰੀਕੇ ਲੱਭ ਸਕੇ। ਜੋ ਵੀ ਗੱਲ ਬਚਪਨ ਵਿੱਚ ਸਾਡੇ ਦਿਮਾਗ ਅੰਦਰ ਬਿਠਾਈ ਜਾਂਦੀ ਹੈ, ਅਸੀਂ ਸਾਰੀ ਉਮਰ ਉਸ ਉੱਪਰ ਵਿਸ਼ਵਾਸ ਕਰਦੇ ਹਾਂ। ਇਸ ਲਈ ਆਪਣੇ ਪਲਾਨ ਨੂੰ ਪੂਰੇ ਇਮੋਸ਼ਨ ਨਾਲ ਪੜ੍ਹੋ ਅਤੇ ਅਮਾਉਂਟ ਨੂੰ ਵਿਜ਼ੂਅਲਾਈਜ਼ ਕਰੋ ਕਿ ਤੁਸੀਂ ਉਸ ਨੂੰ ਹੱਥ ਨਾਲ ਛੂਹ ਸਕਦੇ ਹੋ। ਇਸ ਨਾਲ ਪੂਰਾ ਪਲਾਨ ਕੌਨਸ਼ੀਅਸ ਮਾਈਂਡ ਤੋਂ ਅਨਕੌਨਸ਼ੀਅਸ ਮਾਈਂਡ ਵਿੱਚ ਚੇਂਜ ਹੋ ਜਾਏਗਾ ਅਤੇ ਉਹ ਆਪਣੇ ਆਪ ਪਲਾਨ ਨੂੰ ਪੂਰਾ ਕਰਨ ਦੇ ਤਰੀਕੇ ਲੱਭਣਾ ਸ਼ੁਰੂ ਕਰ ਦੇਵੇਗਾ। ਚੈਪਟਰ ਨੰਬਰ 3, ਸਪੈਸ਼ਲਾਈਜ਼ਡ ਨੌਲੇਜ। ਨੌਲੇਜ 2 ਪ੍ਰਕਾਰ ਦੀ ਹੁੰਦੀ ਹੈ, ਜਨਰਲ ਨੌਲੇਜ ਅਤੇ ਸਪੈਸ਼ਲਾਈਜ਼ਡ ਨੌਲੇਜ। ਜਨਰਲ ਨੌਲੇਜ ਦਾ ਮਤਲਬ ਹੈ ਸਾਰੀਆਂ ਚੀਜ਼ਾਂ ਵਿੱਚ ਥੋੜਾ ਗਿਆਨ ਹੋਣਾ ਅਤੇ ਸਪੈਸ਼ਲਾਈਜ਼ਡ ਨੌਲੇਜ ਦਾ ਮਤਲਬ ਹੈ ਕਿਸੇ ਇੱਕ ਚੀਜ਼ ਵਿੱਚ ਬਹੁਤ ਜ਼ਿਆਦਾ ਗਿਆਨ ਹੋਣਾ। ਜਨਰਲ ਨੌਲੇਜ ਚਾਹੇ ਕਿੰਨੀ ਵੀ ਹੋਏ, ਉਸ ਦਾ ਜ਼ਿਆਦਾ ਫਾਇਦਾ ਨਹੀਂ ਹੁੰਦਾ। ਸਕੂਲ ਵਿੱਚ ਸਾਨੂੰ ਜਨਰਲ ਨੌਲੇਜ ਹੀ ਪੜ੍ਹਾਈ ਜਾਂਦੀ ਹੈ। ਫਾਰ ਐਗਜ਼ਾਮਪਲ, ਇੱਕ ਡਾਕਟਰ ਜਿਸ ਦਾ ਜਨਰਲ ਕਲੀਨਿਕ ਹੈ, ਉਹ ਉਨੇ ਪੈਸੇ ਨਹੀਂ ਕਮਾ ਸਕਦਾ ਜਿੰਨੇ ਪੈਸੇ ਇੱਕ ਡਾਕਟਰ ਸਰੀਰ ਦੇ ਕਿਸੇ ਪਾਰਟਿਕੂਲਰ ਹਿੱਸੇ ਦਾ ਸਪੈਸ਼ਲਿਸਟ ਬਣ ਕੇ ਕਮਾ ਸਕਦਾ ਹੈ। ਚੈਪਟਰ 1 ਦੇ ਸਟੈਪ ਨੰਬਰ 2 ਵਿੱਚ ਇਹ ਦੱਸਿਆ ਗਿਆ ਸੀ ਕਿ ਤੁਸੀਂ ਆਪਣਾ ਗੋਲ ਅਚੀਵ ਕਰਨ ਲਈ ਕੀ ਸਰਵਿਸ ਦਿਓਗੇ, ਤਾਂ ਤੁਸੀਂ ਉਸ ਜਗ੍ਹਾ ਉੱਪਰ ਆਪਣੀ ਸਪੈਸ਼ਲਾਈਜ਼ਡ ਨੌਲੇਜ ਦਾ ਵੀ ਇਸਤੇਮਾਲ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਇਹ ਨੌਲੇਜ ਤੁਹਾਡੇ ਕੋਲ ਹੀ ਹੋਵੇ, ਤੁਸੀਂ ਦੂਸਰੇ ਲੋਕਾਂ ਨੂੰ ਵੀ ਹਾਇਰ ਕਰ ਸਕਦੇ ਹੋ ਜਿਨ੍ਹਾਂ ਕੋਲ ਇਹ ਨੌਲੇਜ ਹੈ। ਇੱਕ ਵਾਰ ਕਿਸੇ ਨਿਊਜ਼ਪੇਪਰ ਨੇ ਹੈਨਰੀ ਫੋਰਡ ਨੂੰ ਅਗਿਆਨੀ ਆਗੂ ਕਹਿ ਕੇ ਨਿਊਜ਼ ਵਿੱਚ ਛਾਪ ਦਿੱਤਾ। ਇਸ ਲਈ ਹੈਨਰੀ ਫੋਰਡ ਨੇ ਨਿਊਜ਼ਪੇਪਰ ਦੇ ਓਨਰ ਉੱਪਰ ਕੇਸ ਦਰਜ ਕਰਵਾਤਾ। ਹੁਣ ਜਦੋਂ ਕੋਰਟ ਵਿੱਚ ਸਵਾਲ ਜਵਾਬ ਹੋਣ ਲੱਗੇ ਤਾਂ ਸਾਹਮਣੇ ਵਾਲੇ ਲਾਇਰ ਨੇ ਅਜੀਬ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਵੇਂ ਕਿ ਬੈਨੇਡਿਕਟ ਆਰਨੋਲਡ ਕੌਣ ਹੈ? ਇੰਗਲੈਂਡ ਨੇ 1776 ਵਿੱਚ ਰੈਬੇਲੀਅਨਸ ਨੂੰ ਰੋਕਣ ਲਈ ਅਮਰੀਕਾ ਵਿੱਚ ਕਿੰਨੇ ਸੋਲਜਰ ਭੇਜੇ ਸਨ ਅਤੇ ਇਸ ਤਰ੍ਹਾਂ ਦੇ ਹੋਰ ਆਫੈਂਸਿਵ ਕੁਐਸਚਨ। ਜਦੋਂ ਹੈਨਰੀ ਫੋਰਡ ਥੱਕ ਗਏ ਤਾਂ ਉਹਨਾਂ ਨੇ ਕਿਹਾ, ਜੇਕਰ ਮੈਨੂੰ ਸੱਚਮੁੱਚ ਤੇਰੇ ਸਟੂਪਿਡ ਕੁਐਸਚਨ ਦਾ ਜਵਾਬ ਦੇਣਾ ਹੋਏਗਾ ਤਾਂ ਮੇਰੇ ਟੇਬਲ ਦੇ ਹੇਠ ਅਜਿਹੇ ਇਲੈਕਟ੍ਰੋਨਿਕ ਪੁਸ਼ ਬਟਨਸ ਦੀ ਲਾਈਨ ਹੈ ਜਿਹਦੇ ਵਿੱਚੋਂ ਜਦੋਂ ਮੈਂ ਚਾਹਾਂ ਤਾਂ ਸਹੀ ਬਟਨ ਦਬਾ ਕੇ ਮੈਂ ਕਿਸੇ ਅਜਿਹੇ ਇਨਸਾਨ ਨੂੰ ਬੁਲਾ ਸਕਦਾ ਹਾਂ ਜੋ ਮੈਨੂੰ ਕਿਸੇ ਵੀ ਕੁਐਸਚਨ ਦਾ ਸਹੀ ਜਵਾਬ ਦੇ ਸਕੇ। ਕੀ ਤੁਸੀਂ ਹੁਣ ਇਹ ਦੱਸਣਾ ਪਸੰਦ ਕਰੋਗੇ ਕਿ ਕਿਉਂ ਮੈਂ ਅਜਿਹੀ ਜਨਰਲ ਨੌਲੇਜ ਦਾ ਭੰਡਾਰ ਆਪਣੇ ਦਿਮਾਗ ਵਿੱਚ ਭਰਾਂ ਜੋ ਕਦੇ ਮੇਰੇ ਕੰਮ ਨਹੀਂ ਆਉਣ ਵਾਲੀ? ਇਹ ਸੁਣਨ ਤੋਂ ਬਾਅਦ ਲਾਇਰ ਚੁੱਪ ਹੋ ਗਿਆ। ਉੱਥੇ ਬੈਠੇ ਲੋਕਾਂ ਨੂੰ ਵੀ ਇਹ ਗੱਲ ਲੌਜੀਕਲ ਲੱਗੀ। ਹੁਣ ਸਾਰਿਆਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਫੋਰਡ ਇਗਨੋਰੈਂਟ ਨਹੀਂ ਬਲਕਿ ਟਰੂਲੀ ਐਜੂਕੇਟਡ ਇਨਸਾਨ ਹੈ, ਜਿਸ ਨੂੰ ਇਹ ਪਤਾ ਹੈ ਕਿ ਉਸ ਨੂੰ ਕਿਸ ਗੱਲ ਦਾ ਪਤਾ ਹੋਣਾ ਜ਼ਿਆਦਾ ਜ਼ਰੂਰੀ ਹੈ ਅਤੇ ਕਿਸ ਗੱਲ ਦਾ ਨਹੀਂ। 10 ਅਲੱਗ-ਅਲੱਗ ਫੀਲਡ ਵਿੱਚ ਕੰਮ ਕਰਨ ਦੀ ਬਜਾਏ ਇੱਕ ਫੀਲਡ ਵਿੱਚ ਮਾਹਿਰ ਹੋਣਾ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ। ਚੈਪਟਰ ਨੰਬਰ 4, ਪਾਵਰ ਆਫ ਇਮੇਜਿਨੇਸ਼ਨ। ਕਿਹਾ ਜਾਂਦਾ ਹੈ ਕਿ ਇਨਸਾਨ ਉਹ ਸਾਰੀਆਂ ਚੀਜ਼ਾਂ ਬਣਾ ਸਕਦਾ ਹੈ ਜਿਨ੍ਹਾਂ ਨੂੰ ਉਹ ਇਮੇਜਿਨ ਕਰ ਸਕਦਾ ਹੈ। ਇਨਸਾਨ ਨੇ ਆਪਣੇ ਇਮੇਜਿਨੇਸ਼ਨ ਸਕਿੱਲ ਨਾਲ ਹੀ ਪਿਛਲੇ 150 ਸਾਲਾਂ ਤੋਂ ਇੰਨਾ ਕੁਝ ਅਚੀਵ ਕਰ ਲਿਆ ਹੈ ਜੋ ਪਹਿਲਾਂ ਕਦੇ ਮਾਨਵੀ ਇਤਿਹਾਸ ਵਿੱਚ ਨਹੀਂ ਹੋਇਆ। ਫਾਰ ਐਗਜ਼ਾਮਪਲ, ਕਈ ਸਾਲ ਪਹਿਲੇ ਤੁਸੀਂ ਕਹਿੰਦੇ ਕਿ ਇਨਸਾਨ ਇੱਕ ਬਾਕਸ ਵਿੱਚ ਬੈਠ ਕੇ ਧਰਤੀ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾ ਸਕਦਾ ਹੈ ਤਾਂ ਲੋਕਾਂ ਨੇ ਤੁਹਾਨੂੰ ਪਾਗਲ ਸਮਝਣਾ ਸੀ। ਅੱਜ ਇਹ ਸੱਚ ਹੈ ਕਿ ਇਨਸਾਨ ਚੰਨ ਤੱਕ ਦਾ ਵੀ ਸਫ਼ਰ ਕਰ ਚੁੱਕਾ ਹੈ। ਇੱਕ ਛੋਟੇ ਜਿਹੇ ਬਾਕਸ ਤੋਂ ਸਿਰਫ ਕੁਝ ਬਟਨ ਦਬਾ ਕੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਗੱਲਬਾਤ ਕਰ ਸਕਣਾ ਇਮੇਜਿਨੇਸ਼ਨ ਕਾਰਨ ਹੀ ਤਾਂ ਸੰਭਵ ਹੋਇਆ ਹੈ। ਹੈਨਰੀ ਫੋਰਡ ਦਾ ਇਹ ਇਮੇਜਿਨੇਸ਼ਨ ਹੀ ਸੀ ਜਿਸ ਨੇ ਇਨਸਾਨ ਨੂੰ ਘੋੜਾ ਗੱਡੀ ਤੋਂ ਤੇਜ਼ ਰਫ਼ਤਾਰ ਵਾਲੀ ਕਾਰ 'ਚ ਬਿਠਾ ਦਿੱਤਾ। ਇਮੇਜਿਨੇਸ਼ਨ 2 ਪ੍ਰਕਾਰ ਦੀ ਹੁੰਦੀ ਹੈ, ਸਿੰਥੈਟਿਕ ਅਤੇ ਕ੍ਰੀਏਟਿਵ। ਸਿੰਥੈਟਿਕ ਇਮੇਜਿਨੇਸ਼ਨ 'ਚ ਇਨਸਾਨ ਪੁਰਾਣੇ ਵਿਚਾਰਾਂ ਨੂੰ ਮੋਡੀਫਾਈ ਕਰਕੇ ਕੁਝ ਨਵੇਂ ਵਿਚਾਰ ਬਣਾਉਂਦਾ ਹੈ ਅਤੇ ਕ੍ਰੀਏਟਿਵ ਇਮੇਜਿਨੇਸ਼ਨ 'ਚ ਇਨਸਾਨ ਉਹਨਾਂ ਵਿਚਾਰਾਂ ਦਾ ਅਵਿਸ਼ਕਾਰ ਕਰਦਾ ਹੈ ਜੋ ਪਹਿਲਾਂ ਦੁਨੀਆ ਤੇ ਨਹੀਂ ਹੁੰਦੇ। ਆਥਰ ਕਹਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ ਤੁਸੀਂ ਕ੍ਰੀਏਟਿਵ ਇਮੇਜਿਨੇਸ਼ਨ ਉੱਪਰ ਹੀ ਕੰਮ ਕਰੋ। ਇਨਸਾਨ ਸਿੰਥੈਟਿਕ ਇਮੇਜਿਨੇਸ਼ਨ ਨਾਲ ਵੀ ਸਫਲ ਹੋ ਸਕਦਾ ਹੈ। ਇਹ ਜ਼ਿਆਦਾ ਪ੍ਰਚਲਿਤ ਹੈ। ਚੈਪਟਰ ਨੰਬਰ 5, ਪਰਸਿਸਟੈਂਸੀ। ਡਿਜ਼ਾਇਰ ਅਤੇ ਪਰਸਿਸਟੈਂਸ ਮਿਲ ਕੇ ਅਜਿਹਾ ਫਾਰਮੂਲਾ ਬਣਾਉਂਦੇ ਹਨ ਜੋ ਕਿਸੇ ਵੀ ਇਨਸਾਨ ਨੂੰ ਸਫਲ ਬਣਾ ਸਕਦਾ ਹੈ। ਫਾਰ ਐਗਜ਼ਾਮਪਲ, ਇੱਕ ਲੜਕਾ ਜਿਸ ਨੂੰ ਘੱਟ ਸੁਣਦਾ ਸੀ, ਇੱਕ ਦਿਨ ਉਸ ਦੇ ਟੀਚਰ ਨੇ ਉਸ ਦੇ ਘਰ ਨੋਟਿਸ ਭੇਜਿਆ ਕਿ ਤੁਹਾਡਾ ਲੜਕਾ ਸਟੂਪਿਡ ਹੈ, ਇਹ ਸਕੂਲ ਵਿੱਚ ਪੜ੍ਹਨ ਦੇ ਲਾਇਕ ਨਹੀਂ ਹੈ, ਇਸ ਨੂੰ ਸਕੂਲ ਤੋਂ ਹਟਾ ਲਿਆ ਜਾਏ।
ਤਾਂ ਉਸ ਦੀ ਮਾਂ ਨੇ ਰਿਪਲਾਈ ਕੀਤਾ ਕਿ ਮੇਰਾ ਬੇਟਾ ਸਟੂਪਿਡ ਨਹੀਂ ਹੈ, ਮੈਂ ਇਸ ਨੂੰ ਆਪ ਪੜ੍ਹਾਵਾਂਗੀ ਅਤੇ ਦੇਖਣਾ ਇਹ ਇੱਕ ਦਿਨ ਸਫਲ ਇਨਸਾਨ ਬਣ ਕੇ ਦਿਖਾਏਗਾ। ਇਸ ਦਾ ਉਸ ਲੜਕੇ ਉੱਪਰ ਗਹਿਰਾ ਅਸਰ ਹੋਇਆ। ਉਹ ਆਪਣੀ ਮਾਂ ਦੇ ਸ਼ਬਦਾਂ ਉੱਪਰ ਵਿਸ਼ਵਾਸ ਕਰਕੇ ਅਤੇ ਆਪਣੇ ਡਿਜ਼ਾਇਰ ਤੇ ਪਰਸਿਸਟੈਂਸੀ ਦੇ ਦਮ ਉੱਪਰ ਇਤਿਹਾਸ ਵਿੱਚ ਮਹਾਨ ਬਣ ਗਿਆ। ਜੀ ਹਾਂ, ਆਪਾਂ ਜਿਸ ਦੀ ਗੱਲ ਕਰ ਰਹੇ ਹਾਂ ਉਹ ਸਨ ਸਰ ਥਾਮਸ ਅਲਵਾ ਐਡੀਸਨ, ਜਿਨ੍ਹਾਂ ਨੇ ਇਲੈਕਟ੍ਰਿਕ ਬਲਬ ਦੀ ਖੋਜ ਕੀਤੀ। ਕਿਹਾ ਜਾਂਦਾ ਹੈ ਕਿ ਸਰ ਥਾਮਸ ਐਡੀਸਨ ਬਲਬ ਬਣਾਉਣ ਦੇ ਪ੍ਰੋਸੈਸ 'ਚ ਲਗਭਗ 1000 ਵਾਰ ਫੇਲ ਹੋਏ ਸਨ। ਫਿਰ ਵੀ ਉਹਨਾਂ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਡਿਜ਼ਾਇਰ ਤੇ ਪਰਸਿਸਟੈਂਸੀ ਦੇ ਦਮ ਤੇ ਸਫਲ ਹੋਏ। ਪਰਸਿਸਟੈਂਸ ਦਾ ਇੱਕ ਹੋਰ ਬੈਸਟ ਐਗਜ਼ਾਮਪਲ ਹੈ ਕਰਨਲ ਸੈਂਡਰਸ, ਜੋ ਕਿ 65 ਸਾਲ ਦੀ ਉਮਰ ਵਿੱਚ ਕੰਗਾਲ ਹੋ ਜਾਣ ਤੋਂ ਬਾਅਦ ਆਪਣੀ ਮਾਤਾ ਦੀ ਸਪੈਸ਼ਲ ਚਿਕਨ ਫਰਾਈ ਦੀ ਰੈਸਪੀ ਲੈ ਕੇ ਆਪਣੇ ਬਿਜ਼ਨਸ ਪਾਰਟਨਰ ਦੀ ਤਲਾਸ਼ ਵਿੱਚ ਨਿਕਲ ਪਿਆ, ਜੋ ਕਿ ਉਸ ਦੀ ਰੈਸਪੀ ਨੂੰ ਪਪੂਲਰ ਕਰ ਸਕੇ। ਉਮੀਦ ਅਨੁਸਾਰ ਬਹੁਤ ਘੱਟ ਲੋਕਾਂ ਨੇ ਉਸ ਦੀ ਗੱਲ ਵਿੱਚ ਵਿਸ਼ਵਾਸ ਕੀਤਾ। ਇਨਫੈਕਟ ਉਸ ਨੂੰ 1009 ਵਾਰ ਨਾ ਮਿਲਣ ਤੋਂ ਬਾਅਦ ਫਾਈਨਲੀ ਇੱਕ ਹਾਂ ਸੁਣਨ ਨੂੰ ਮਿਲੀ, ਜਿਸ ਨੇ ਉਸ ਉੱਪਰ ਯਕੀਨ ਕੀਤਾ। ਉਹ ਮਿਲੇਨੀਅਰ ਬਣ ਗਏ ਅਤੇ ਉਹਨਾਂ ਦੀ ਰੈਸਪੀ ਅੱਜ ਵੀ ਵਰਲਡ ਫੇਮਸ ਹੈ। ਇਹ ਕਹਾਣੀ ਹੈ KFC ਦੀ। ਇਸ ਦੀ ਸਕਸੈਸ ਹੋਣ ਦਾ ਇੱਕ ਹੀ ਕਾਰਨ ਸੀ ਕਰਨਲ ਸੈਂਡਰਸ ਦਾ ਆਪਣੇ ਕੰਮ ਪ੍ਰਤੀ ਪਰਸਿਸਟੈਂਸ ਰਹਿਣਾ। ਇਸ ਲਈ ਜੇਕਰ ਤੁਸੀਂ ਵੀ ਆਪਣੇ ਡ੍ਰੀਮਸ ਪੂਰਾ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੰਮ ਉੱਪਰ ਉਦੋਂ ਤੱਕ ਡਟੇ ਰਹੋ ਜਦੋਂ ਤੱਕ ਤੁਸੀਂ ਆਪਣਾ ਗੋਲ ਅਚੀਵ ਨਹੀਂ ਕਰ ਲੈਂਦੇ। ਫਿਰ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਆਪਣੇ ਗੋਲ ਨੂੰ ਪ੍ਰਾਪਤ ਕਰਕੇ ਹੀ ਰਹੋ, ਕਿਉਂਕਿ ਜੋ ਤੁਸੀਂ ਸੋਚ ਸਕਦੇ ਹੋ ਉਹ ਕਰ ਵੀ ਸਕਦੇ ਹੋ। ਚੈਪਟਰ ਨੰਬਰ 6, ਪਾਵਰ ਆਫ ਮਾਸਟਰਮਾਈਂਡ। ਅਸੀਂ ਅਕਸਰ ਐਵਰੇਜ ਹੁੰਦੇ ਹਾਂ ਉਹਨਾਂ 5 ਲੋਕਾਂ ਦੇ ਜਿਨ੍ਹਾਂ ਨਾਲ ਅਸੀਂ ਆਪਣਾ ਮੈਕਸਿਮਮ ਟਾਈਮ ਸਪੈਂਡ ਕਰਦੇ ਹਾਂ। ਮੀਨਸ ਜੇਕਰ ਤੁਸੀਂ ਆਪਣਾ ਜ਼ਿਆਦਾਤਰ ਟਾਈਮ ਸਫਲ ਲੋਕਾਂ ਵਿੱਚ ਬਿਤਾਉਂਦੇ ਹੋ ਤਾਂ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ ਕਿ ਤੁਸੀਂ ਵੀ ਸਫਲ ਹੋ ਜਾਓਗੇ। ਪਰ ਜੇਕਰ ਤੁਸੀਂ ਆਪਣਾ ਟਾਈਮ ਨੈਗੇਟਿਵ ਲੋਕਾਂ ਵਿੱਚ ਸਪੈਂਡ ਕਰਦੇ ਹੋ ਤਾਂ ਤੁਸੀਂ ਵੀ ਅਨਸਕਸੈਸਫੁਲ ਹੀ ਰਹੋਗੇ। ਇਹ ਸੱਚਮੁੱਚ ਇੱਕ ਇੰਪੋਰਟੈਂਟ ਪੁਆਇੰਟ ਹੈ ਜਿਸ ਉੱਪਰ ਤੁਹਾਨੂੰ ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਹੁੰਦਾ ਹੈ ਕਿ ਅਨਸਕਸੈਸਫੁਲ ਲੋਕ ਹਮੇਸ਼ਾ ਨੈਗੇਟਿਵ ਲੋਕਾਂ ਨਾਲ ਹੀ ਘਿਰੇ ਰਹਿੰਦੇ ਹਨ। ਉਹ ਹਮੇਸ਼ਾ ਉਹਨਾਂ ਨੂੰ ਡਿਸਕਰੇਜ ਕਰਦੇ ਹਨ ਅਤੇ ਨੈਗੇਟਿਵ ਹੀ ਗੱਲਾਂ ਕਰਦੇ ਹਨ, ਜਿਸ ਕਾਰਨ ਕਰਕੇ ਉਹ ਬਹੁਤ ਕੁਝ ਚੰਗਾ ਸੋਚਣ ਤੋਂ ਬਾਅਦ ਵੀ ਕੁਝ ਚੰਗਾ ਨਹੀਂ ਕਰ ਸਕਦੇ। ਦੂਸਰੀ ਸਾਈਡ ਸਫਲ ਲੋਕ ਮੋਸਟਲੀ ਆਪਣਾ ਟਾਈਮ ਸਫਲ ਲੋਕਾਂ ਨਾਲ ਜਾਂ ਪੋਜ਼ਿਟਿਵ ਲੋਕਾਂ ਵਿੱਚ ਬਿਤਾਉਂਦੇ ਹਨ, ਜਿਸ ਕਾਰਨ ਉਹਨਾਂ ਨੂੰ ਅੱਗੇ ਵਧਣ ਵਿੱਚ ਮਦਦ ਮਿਲਦੀ ਹੈ। ਇਸ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਆਪਣਾ ਜ਼ਿਆਦਾਤਰ ਟਾਈਮ ਸਕਸੈਸਫੁਲ ਲੋਕਾਂ ਵਿੱਚ ਹੀ ਬਿਤਾਇਆ ਜਾਏ ਤਾਂ ਜੋ ਅੱਗੇ ਵਧਣ ਵਿੱਚ ਹੈਲਪ ਹੋ ਸਕੇ। ਤਾਂ ਦੋਸਤੋ, ਇਹ ਸਨ ਥਿੰਕ ਐਂਡ ਗਰੋ ਰਿਚ ਬੁੱਕ ਦੇ ਕੁਝ ਇੰਪੋਰਟੈਂਟ ਲੈਸਨ। ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੀ ਹੋਵੇਗੀ। ਪਿਆਰ ਦੇਣ ਲਈ ਧੰਨਵਾਦ।